ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟਰੂਸਕੋ ਪੰਜਾਬੀ ਪ੍ਰੋਗਰਾਮ ਅਨਲੌਕਿੰਗ ਦੀ ਇਕਨੋਮੀ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਤੋਂ ਬਾਅਦ ਇੱਕ ਇੰਡਸਟਰੀ ਜੋ ਕਾਫੀ ਫੋਕਸ ਹੋ ਰਹੀ ਹੈ ਉਹ ਹੈ ਆਯੁਰਵੇਦਾ ਇੰਡਸਟਰੀ। ਕਿਉਂਕਿ ਕਾਫੀ ਸਾਰੇ ਲੋਕ ਆਪਣੀ ਇਮਿਊਨਿਟੀ ਨੂੰ ਸਟਰੋਂਗ ਬੂਸਟ ਕਰਨ ਦੇ ਲਈ ਹੁਣ ਆਯੁਰਵੇਦਾ ਵੱਲ ਸ਼ਿਫਟ ਹੋ ਰਹੇ ਨੇ। ਸੋ ਇਸੇ ਲਈ ਅੱਜ ਅਸੀਂ ਗੱਲ ਕਰਾਂਗੇ ਆਯੁਰਵੇਦ ਇੰਡਸਟਰੀ ਦੇ ਵਿੱਚ ਕਾਫੀ ਵੱਡਾ ਨਾਮ ਆਰੋਗਿਅਮ ਆਯੁਰਵੈਦਿਕ। ਸੋ ਆਰੋਗਿਅਮ ਆਯੁਰਵੈਦਿਕ ਅਲਰਜਿਕ ਹਸਪੀਟਲ ਦੇ ਡਾਇਰੈਕਟਰ ਮਿਸਟਰ ਸਤਨਾਮ ਸਿੰਘ ਔਜਲਾ ਸਾਡੇ ਨਾਲ ਅੱਜ ਹੋਣਗੇ ਪ੍ਰੋਗਰਾਮ ਦੇ ਵਿੱਚ। ਆਰੋਗਿਅਮ ਆਯੁਰਵੈਦਿਕ ਜੋ ਕਿ ਪਿਛਲੇ 20 ਸਾਲਾਂ ਤੋਂ ਆਪਣੀ ਰਿਸਰਚ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਸੰਸਦ ਦੇ ਵਿੱਚ ਬੁਲਾ ਕੇ ਸਪੈਸ਼ਲੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਵਾਕਈ ਬਹੁਤ ਵੱਡੀ ਗੱਲ ਹੈ ਕਿ ਆਯੁਰਵੇਦਾ ਦੇ ਇੱਕ ਡਾਕਟਰ ਨੂੰ ਇੰਗਲੈਂਡ ਦੀ ਸੰਸਦ ਵਿੱਚ ਬੁਲਾ ਕੇ ਜਦੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸੋ ਪ੍ਰੋਗਰਾਮ ਅਨਲੌਕਿੰਗ ਦੀ ਇਕਨੋਮੀ ਵਿੱਚ ਸਵਾਗਤ ਕਰਦੇ ਹਾਂ ਆਰੋਗਿਅਮ ਆਯੁਰਵੈਦਿਕ ਅਲਰਜਿਕ ਹਸਪੀਟਲ ਦੇ ਡਾਇਰੈਕਟਰ ਮਿਸਟਰ ਸਤਨਾਮ ਸਿੰਘ ਔਜਲਾ ਜੀ ਦਾ। ਜੀ ਸਤਿ ਸ਼੍ਰੀ ਅਕਾਲ। ਜੀ ਸਰ, ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਵਾਲ ਪੁੱਛਦੇ ਹਾਂ ਕਿ ਜਿਵੇਂ ਪਿਛਲੇ 2 ਮਹੀਨਿਆਂ ਤੋਂ ਜਿਹੜਾ ਲੋਕਡਾਊਨ ਚੱਲ ਰਿਹਾ ਹੈ ਐਂਡ ਲੋਕਡਾਊਨ 1 2 3 ਤਿੰਨੋਂ ਖਤਮ ਹੋ ਚੁੱਕੇ ਨੇ, ਲੋਕਡਾਊਨ 4.0 ਅਨਾਉਂਸ ਹੋ ਚੁੱਕਿਆ। ਸੋ ਅਗਰ ਮੈਂ ਗੱਲ ਕਰਾਂ ਆਯੁਰਵੇਦ ਇੰਡਸਟਰੀ ਦਾ ਤੇ ਆਯੁਰਵੇਦ ਇੰਡਸਟਰੀ ਦੇ ਉੱਪਰ ਕੀ ਪ੍ਰਭਾਵ ਪਿਆ ਇਸ ਲੋਕਡਾਊਨ ਦਾ? ਆਯੁਰਵੇਦ ਕੋਈ ਵੀ ਇੰਡਸਟਰੀ ਇੰਡੀਆ 'ਚ ਹੈ, ਜਿਸ ਤਰ੍ਹਾਂ ਹਰ ਕੋਈ ਕਿਸੇ ਦੀ ਸ਼ਾਪ ਸੀ, ਕਿਸੇ ਦੀ ਦੁਕਾਨ ਸੀ, ਕੋਈ ਟ੍ਰੇਡਰ ਹੈ ਜਾਂ ਹੋਲਸੇਲਰ ਹੈ, ਚਾਹੇ ਡਾਕਟਰਸ ਹੈ, ਕਿਉਂਕਿ ਲੋਕ ਬਹੁਤ ਡਰੇ ਹੋਏ ਸੀ। ਕੰਟੇਜੀਅਸ ਬਿਮਾਰੀ ਹੈ, ਇੱਕ ਦੂਜੇ ਤੋਂ ਹੋ ਜਾਂਦੀ ਹੈ, ਇਸ ਕਰਕੇ ਲੋਕ ਕਿਤੇ ਵੀ ਜਾ ਨਹੀਂ ਸੀ ਰਹੇ ਔਰ ਲੋਕਡਾਊਨ ਗਵਰਨਮੈਂਟ ਦੇ ਰੂਲਸ ਨੂੰ ਫੋਲੋ ਕਰ ਰਹੇ ਸੀ। ਕਰਫਿਊ ਸੀਗਾ, ਸੋ ਨੋਬਡੀ ਕੁਡ ਮੂਵ, ਕਿਤੇ ਵੀ ਕੋਈ ਬੰਦਾ ਨਹੀਂ ਜਾ ਸਕਦਾ ਸੀ। ਸੋ ਨੈਚੁਰਲ ਹੈ ਕੋਈ ਵੀ ਕੰਮ ਉਸ ਟਾਈਮ ਤੇ ਚੱਲਿਆ ਨਹੀਂ ਹੋਣਾ। ਸੋ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਬਾਕੀ ਇੰਡਸਟਰੀਜ਼ ਨੂੰ ਫਰਕ ਪਿਆ, ਉਸੇ ਤਰ੍ਹਾਂ ਹੀ ਆਯੁਰਵੈਦਿਕ ਇੰਡਸਟਰੀ ਨੂੰ ਵੀ ਬਹੁਤ ਫਰਕ ਪਿਆ। ਇੰਡਸਟਰੀਜ਼ ਮੈਨੂਫੈਕਚਰਰਸ ਨਾਲ ਗੱਲ ਕਰੀ ਦੀ ਹੈ, ਉਹ ਵੀ ਕਹਿ ਰਿਹਾ ਕਿ ਕੋਈ ਆਰਡਰ ਨਹੀਂ ਆ ਰਿਹਾ। ਨੈਚੁਰਲੀ ਕਲੀਨਿਕਸ ਵਿੱਚ ਤਾਂ ਪੇਸ਼ੈਂਟ ਨਹੀਂ ਆ ਰਿਹਾ ਕੋਈ ਵੀ। ਸੋ ਇਹ ਜਿਹੜਾ ਫਾਈਨੈਂਸ਼ੀਅਲ ਲਾਸ ਜਿਹੜਾ ਹੋਇਆ ਆਯੁਰਵੈਦਿਕ ਇੰਡਸਟਰੀ ਦਾ ਬਹੁਤ ਵੱਡਾ ਹੋਇਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਇਹਦੇ ਨਾਲ ਨਾਲ ਆਯੁਰਵੇਦ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਬਹੁਤ ਬਣਿਆ, ਕਿਉਂਕਿ ਲੋਕਾਂ ਨੂੰ ਇਹ ਪਤਾ ਲੱਗ ਚੁੱਕਾ ਵੀ ਐਲੋਪੈਥੀ ਜਿਹੜੀ ਹੈ ਉਹ ਪੱਕਾ ਇਲਾਜ ਨਹੀਂ ਹੈਗਾ ਸਾਡੇ ਲਈ। ਉਹ ਸਿਰਫ ਤੇ ਸਿਰਫ ਜਿਹੜਾ ਟੈਂਪਰੇਰੀ ਸਿੰਪਟੋਮੈਟਿਕ ਟ੍ਰੀਟਮੈਂਟ ਹੈ ਵਿਦ ਬਿਗ ਸਾਈਡ ਇਫੈਕਟਸ। ਲੋਕਾਂ ਨੂੰ ਇਹ ਸਮਝ ਲੱਗ ਚੁੱਕੀ ਹੈ ਕਿ ਆਯੁਰਵੇਦ ਨਾਲ ਹੀ ਅਸੀਂ ਬਿਮਾਰੀ ਨੂੰ ਜੜੋਂ ਖਤਮ ਕਰ ਸਕਦੇ ਹਾਂ। ਕਿਉਂਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਇਹੀ ਗੱਲ ਜਿਹੜੀ ਆ ਸਾਰੇ ਦੇਸ਼ ਵਾਸੀਆਂ ਨੂੰ ਮੈਸੇਜ ਦਿੱਤਾ ਹੈ ਕਿ ਆਪਣੇ ਦੇਸ਼ ਦੀਆਂ ਚੀਜ਼ਾਂ ਯੂਜ਼ ਕਰੋ, ਸਵਦੇਸ਼ੀ ਚੀਜ਼ਾਂ ਯੂਜ਼ ਕਰੋ, ਤਾਂ ਹੀ ਅਸੀਂ ਆਤਮ ਨਿਰਭਰ ਹੋ ਪਾਵਾਂਗੇ। ਕਿਉਂਕਿ ਜੇ ਅਸੀਂ ਬਾਹਰੋਂ ਚੀਜ਼ਾਂ ਮੰਗਵਾਉਂਦੇ ਆ, ਤੁਹਾਨੂੰ ਇਹ ਪਤਾ ਹੋਣਾ ਹੈ ਕਿ ਜਿਹੜੀ ਐਲੋਪੈਥਿਕ ਮੈਡੀਸਿਨਸ ਆ, ਅੰਗਰੇਜ਼ੀ ਦਵਾਈਆਂ ਨੇ, ਉਹਨਾਂ ਦੀ $1 ਟ੍ਰਿਲੀਅਨ ਇੰਡਸਟਰੀ ਹੈ। ਬਹੁਤ ਵੱਡਾ ਜਿਹੜਾ ਮੁਨਾਫਾ ਹੁੰਦਾ ਹੈ R&D ਦੇ ਨਾਂ ਤੇ, ਰਿਸਰਚ ਐਂਡ ਡਿਵੈਲਪਮੈਂਟ ਦੇ ਨਾਂ ਤੇ। ਇੱਕ ਜਿਹੜੀ ਰੁਪਏ ਦੀ, ਇੱਕ ਪੈਸੇ ਦੀ ਚੀਜ਼ ਨੂੰ ਉਹ 10 ਰੁਪਏ ਦੀ ਵੇਚ ਸਕਦੇ ਨੇ ਕਹਿ ਕੇ। ਸੋ ਉਹਦੇ ਵਿੱਚ ਇੰਨਾ ਵੱਡਾ ਮਾਰਜਨ, ਕਿਸੇ ਵੀ ਚੀਜ਼ ਨੂੰ ਮੈਨੀਪੂਲੇਟ, ਕਿਸੇ ਵੀ ਗਵਰਨਮੈਂਟ ਨੂੰ ਮੈਨੀਪੂਲੇਟ ਕਰਨਾ ਐਡਾ ਔਖਾ ਨਹੀਂ ਹੈ। ਕੋਈ ਵੀ ਰਿਸਰਚ ਦੇ ਦਿੰਦੇ ਨੇ। ਫੋਰ ਐਗਜ਼ਾਮਪਲ, ਤੁਸੀਂ ਮੈਨੂੰ ਐਲੋਪੈਥੀ ਵਿੱਚ ਅੱਜ ਤੱਕ ਕੋਈ ਵੀ ਇਹੋ ਜਿਹੀ ਦਵਾਈ ਦਿਖਾ ਦਿਓ ਜਿਹੜੀ ਕਿ ਕਿਸੇ ਪੁਰਾਣੇ ਰੋਗ ਨੂੰ ਠੀਕ ਕਰਦੀ ਹੈ। 30 ਸਾਲ ਤੋਂ ਕੋਈ ਵੀ ਐਂਟੀਬਾਇਓਟਿਕ ਨਹੀਂ ਆਇਆ ਅੱਜ ਤੱਕ ਨਵਾਂ। ਜਿੰਨੇ ਐਂਟੀਬਾਇਓਟਿਕ ਅਸੀਂ ਯੂਜ਼ ਕਰ ਰਹੇ ਹਾਂ 30 ਸਾਲ ਪੁਰਾਣੇ ਯੂਜ਼ ਕਰ ਲਿਆ। ਹਾਂ, ਕੋਈ ਭੈਣ ਭਰਾ ਆ ਗਿਆ ਹੋਵੇ, ਲੇਕਿਨ ਨਵੀਂ ਜਿਹੜੀ ਆ ਕੋਈ ਵੈਰਾਈਟੀ ਨਹੀਂ ਆਈ। ਸਾਡੀ ਬੋਡੀ ਰੈਜ਼ਿਸਟੈਂਸ ਹੋ ਚੁੱਕੀ ਹੈ, ਸਾਡੇ ਤੇ ਐਂਟੀਬਾਇਓਟਿਕ ਅਸਰ ਹੀ ਨਹੀਂ ਕਰ ਰਹੇ। ਪੇਨ ਕਿਲਰ ਜ਼ਿਆਦਾ ਲੈਂਦੇ ਆ ਅਸੀਂ, ਗੋਡੇ ਦਰਦ ਹੈ, ਕਿਸੇ ਚੀਜ਼ ਲਈ ਵੀ ਅਸੀਂ ਪੇਨ ਕਿਲਰ ਲੰਬੇ ਟਾਈਮ ਲਈ ਲੈਂਦੇ ਆ, ਸਾਡੇ ਗੁਰਦੇ ਫੇਲ ਹੋ ਸਕਦੇ ਨੇ। ਅਗਰ ਅਸੀਂ ਐਸੀਟਾਮਿਨੋਫੇਨ ਜਿਹੜੀ ਹੈਗੀ ਆ ਬੁਖਾਰ ਵਾਸਤੇ ਜ਼ਿਆਦਾ ਲੈਂਦੇ ਆ ਤਾਂ ਲਿਵਰ ਫੇਲ ਹੋ ਜਾਂਦਾ, ਲਿਵਰ ਖਰਾਬ ਹੋ ਸਕਦਾ। ਹੁਣ ਇੱਕ ਤੁਸੀਂ ਦੇਖਿਆ ਹੋਣਾ, ਹਰ ਘਰ 'ਚ ਇੱਕ ਗੋਲੀ ਚੱਲਦੀ ਹੈ ਰੈਨਿਟਿਡਿਨ, ਜਿਹੜੀ ਕਿ ਖਾਲੀ ਪੇਟ ਲੋਕ ਲੈਂਦੇ ਨੇ, ਹਾਈਪਰ ਐਸਿਡਿਟੀ ਲਈ, ਤੇਜ਼ਾਬ ਜਿਨ੍ਹਾਂ ਤੇ ਜ਼ਿਆਦਾ ਬਣਦਾ। ਹੁਣ ਉਹਦੇ ਤੇ ਰਿਸਰਚ ਨਵੀਂ ਆਈ ਹੈ ਕਿ ਜੀ ਉਹਦੇ ਵਿੱਚ ਕੈਂਸਰ ਕਾਜ਼ਿੰਗ ਐਲੀਮੈਂਟਸ ਹੈਗੇ ਨੇ, ਪਰ ਇਹ ਹਰ ਘਰ ਯੂਜ਼ ਹੋਈ, $1 ਟ੍ਰਿਲੀਅਨ ਪੈਸਾ ਕਮਾ ਲਿਆ ਗਿਆ। ਉਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਨੇ ਜਿਨ੍ਹਾਂ ਦੇ ਉੱਪਰ ਪਹਿਲਾਂ ਰਿਸਰਚਸ ਆਈਆਂ ਕਿ ਇਹ ਠੀਕ ਨੇ, ਇਹਨਾਂ ਨੂੰ ਲੈ ਲੈਣਾ ਚਾਹੀਦਾ। ਉਸ ਤੋਂ ਬਾਅਦ ਫਿਰ ਰਿਸਰਚ ਆ ਜਾਂਦੀ ਹੈ ਕਿ ਇਹ ਦਵਾਈ ਜਿਹੜੀ ਹੈ ਇਹ ਸਾਡੇ ਲਈ ਮਾੜੀ ਹੈ, ਕਿਉਂਕਿ ਉਦੋਂ ਤੋਂ ਕੋਈ $1 ਟ੍ਰਿਲੀਅਨ ਪੈਸਾ ਕਮਾ ਚੁੱਕੇ ਹੁੰਦੇ ਨੇ। ਹੁਣ ਉਹਨਾਂ ਦੀ ਕੋਈ ਅਗਲੀ ਦਵਾਈ ਤਿਆਰ ਹੁੰਦੀ ਹੈ ਵੇਚਣ ਲਈ, ਸੋ ਉਹਦੇ ਤੇ ਉਹ ਰਿਸਰਚ ਪੇਸ਼ ਕਰ ਦਿੰਦੇ ਨੇ। ਤਾਂ ਉਹਦੇ ਲਈ ਜਿਹੜਾ ਹੈਗਾ ਦੇ ਸਪੈਂਡ ਮਨੀ, ਫਿਰ ਉਹਦਾ ਰਿਸਰਚ ਕਰਕੇ ਫਿਰ ਉਹਨੂੰ ਸਾਰੀ ਦੁਨੀਆ 'ਚ ਲਾਂਚ ਕਰਕੇ ਫਿਰ ਸਾਰੀਆਂ ਕੰਟਰੀਆਂ ਤੋਂ ਖੂਬ ਪੈਸਾ ਕਮਾਇਆ ਜਾਂਦਾ ਹੈ। ਸੋ ਹੁਣ ਨਿਮੋਸਲਾਈਡ ਹੈ, ਤੁਸੀਂ ਦੇਖਿਆ ਹੋਣਾ ਕਿ ਅੱਜ ਤੋਂ 10 ਸਾਲ ਪਹਿਲਾਂ ਇੰਡੀਆ 'ਚ ਬਹੁਤ ਚੱਲਦੀ ਹੁੰਦੀ ਸੀ। ਈਵਨ ਬੱਚਿਆਂ ਦੇ ਡਾਕਟਰ ਜਿਹੜੇ ਨੇ, ਚਾਈਲਡ ਸਪੈਸ਼ਲਿਸਟ, ਉਹ ਵੀ ਹਰ ਬੱਚੇ ਨੂੰ ਨਿਮੋਸਲਾਈਡ ਦਿੰਦੇ ਸੀ ਬੁਖਾਰ ਹਟਾਉਣ ਲਈ। ਲੇਕਿਨ ਅੱਜ ਬੈਨ ਹੈ। ਅੱਜ ਅਮਰੀਕਾ, ਕੈਨੇਡਾ, ਉਸ ਕੰਟਰੀ 'ਚ ਨਹੀਂ ਯੂਜ਼ ਹੋ ਰਹੀ, ਕਿਉਂਕਿ ਉਹਦੇ ਬੜੇ ਸਾਈਡ ਇਫੈਕਟ ਮਾੜੇ ਨੇ ਹੁਣ ਦੱਸੇ ਨੇ। ਪਹਿਲਾਂ ਸਾਰੀ ਦੁਨੀਆ ਨੂੰ ਖਿਲਾਤੀ ਦਵਾਈ, ਫਿਰ ਉਸ ਤੋਂ ਬਾਅਦ ਸਾਈਡ ਇਫੈਕਟ ਦੱਸਦੇ ਨਾ, ਉਹ ਜਿਹੜੀ ਚੀਜ਼
ਬੰਦ ਹੋ ਗਈ ਹੈ। ਇਸੇ ਤਰ੍ਹਾਂ ਹੀ ਇੱਕ ਕੰਪਨੀ ਸੀ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਸਭ ਤੋਂ ਜੀ ਵੱਡੀ ਕੰਪਨੀ ਸੀ ਕਹਿ ਸਕਦੇ ਹਾਂ ਕਿ ਇਸ ਇੰਡਸਟਰੀ 'ਚ ਹੈ, ਜਿਹਨੇ ਪੈਰੋਕਸੀਡਾਮ ਗੋਲੀ ਸ਼ੁਰੂ ਕੀਤੀ। ਓਕੇ ਉਹ ਇਸ ਤਰ੍ਹਾਂ ਦੀ ਗੋਲੀ ਹੈ ਕਿ ਉਹਨੂੰ ਇੱਕ ਵਾਰੀ ਲੱਗ ਜਾਵੇ ਇਨਸਾਨ ਨੂੰ, ਛੱਡਣਾ ਔਖਾ ਹੈ। ਉਹ ਹੈਗੀ ਡਿਪਰੈਸ਼ਨ ਵਾਸਤੇ, ਸਟ੍ਰੈਸ ਵਾਸਤੇ, ਕੋਈ ਵੀ ਟੈਨਸ਼ਨ ਹੈ, ਡਰ ਹੁੰਦਾ, ਐਂਜ਼ਾਈਟੀ ਹੈ, ਉਹਦੇ ਵਾਸਤੇ। ਮੈਨੂੰ ਲੱਗਦਾ ਅੱਜ ਵੀ ਲੋਕ ਹਰ ਬੰਦੇ ਨੂੰ ਉਹੀ ਦਿੱਤੀ ਜਾਂਦੀ ਹੋਏਗੀ। ਜੀ ਤੇ ਉਹਨਾਂ ਨੇ ਰਿਸਰਚ ਇਹ ਦਿੱਤੀ ਕੰਪਨੀ ਨੇ ਕਿ ਇਹਦੀ ਕੋਈ ਐਡਿਕਸ਼ਨ ਬਹੁਤੀ ਨਹੀਂ ਹੈਗੀ, ਇਹਨੂੰ ਛੱਡਿਆ ਜਾ ਸਕਦਾ। ਜੀ ਲੇਕਿਨ ਅੱਜ ਦੀ ਤਰੀਕ ਵਿੱਚ ਜੇ ਇਹਨੂੰ ਛੱਡਣਾ ਹੋਵੇ, ਗੱਲ ਸਾਹਮਣੇ ਆਈ ਹੈ ਕਿ ਇਹਨੂੰ ਛੱਡਣਾ ਨਾਮੁਮਕਿਨ ਵਰਗਾ ਹੀ ਹੈ। ਕਿਉਂਕਿ ਜੀ ਛੱਡਣ ਦੇ ਜਿਹੜੇ ਸਾਈਡ ਇਫੈਕਟ ਨੇ ਨਾ, ਉਹ ਬੰਦਾ ਜ਼ਿਆਦਾ ਖਾ ਰਿਹਾ ਹੈ ਤਾਂ ਕਾਫੀ ਦੇਰ ਤੋਂ ਖਾ ਰਿਹਾ ਤਾਂ ਉਹਨੂੰ ਛੱਡ ਨਹੀਂ ਸਕਦਾ। ਔਰ ਇਸ ਗੱਲ ਤੇ ਉਸ ਕੰਪਨੀ ਨੂੰ ਕੁਝ ਮਿਲੀਅਨ ਡਾਲਰ ਦਾ ਫਾਈਨ ਹੋ ਕੇ ਛੱਡ ਦਿੱਤਾ ਗਿਆ, ਉਸ ਫੈਕਟਰੀ ਨੂੰ, ਮੈਨੂਫੈਕਚਰ। ਲੇਕਿਨ ਉਸ ਕੰਪਨੀ ਨੇ ਹਜ਼ਾਰਾਂ ਟ੍ਰਿਲੀਅਨ ਡਾਲਰ ਕਮਾ ਲਏ। ਸੋ ਐਲੋਪੈਥੀ ਜਿਹੜੀ ਹੈ ਨਾ, ਉਹ ਉਹਦੇ ਉੱਤੇ ਬਹੁਤ ਰਿਲਾਈ ਨਹੀਂ ਕਰ ਸਕਦੇ ਕਿ ਵੈਕਸੀਨ ਵੀ ਆ ਜਾਏਗਾ ਤੇ ਉਹ ਕਿੰਨਾ ਕੁ ਰਿਲਾਇਬਲ ਹੋਏਗਾ, ਜਾਂ ਵੈਕਸੀਨ ਆਉਣ ਨਾਲ ਬਿਲਕੁਲ ਇਨਸਾਨ ਠੀਕ ਹੋ ਜਾਏਗਾ। ਅਜੇ ਇਹਦੇ ਬਾਰੇ ਕੋਈ ਪੁਸ਼ਟੀ ਨਹੀਂ ਹੈ, ਕੋਈ ਇਹਦੇ ਬਾਰੇ ਫਿਊਚਰ ਦੇ ਬਾਰੇ ਅਸੀਂ ਜੀ ਪ੍ਰੈਡਿਕਟ ਨਹੀਂ ਕਰ ਸਕਦੇ। ਜੀ ਸੋ ਕਿਉਂਕਿ ਦੇਖੋ, ਕੋਈ ਵੀ ਜਿਹੜਾ ਨਾ ਚੀਜ਼ ਜਿਹੜੀ ਨੇਚਰ ਨਾਲ ਮੁਕਾਬਲਾ ਨਹੀਂ ਕਰ ਸਕਦੀ। ਅਸੀਂ ਜਿੰਨੀਆਂ ਮਰਜ਼ੀ ਅੰਗਰੇਜ਼ੀ ਦਵਾਈਆਂ, ਕੈਮੀਕਲ ਲੈ ਲਈਏ, ਅਸੀਂ ਨੇਚਰ ਨਾਲ ਮੁਕਾਬਲਾ ਨਹੀਂ ਕਰ ਸਕਦੇ। ਜੀ ਇੱਕੋ 5000 ਸਾਲ ਪੁਰਾਣੀ ਪੈਥੀ ਹੈ ਆਯੁਰਵੇਦ, ਜਿਹੜੀ ਜੀ ਕਿ ਕੁਦਰਤ ਦੇ ਹਾਰਮੋਨੀ ਵਿੱਚ ਰਹਿ ਕੇ ਸਾਡੇ ਸਰੀਰ ਨੂੰ ਬਚਾਉਂਦੀ ਹੈ, ਬਿਮਾਰੀਆਂ ਦਾ ਇਲਾਜ ਕਰਦੀ ਹੈ। ਕਿਸ ਤਰ੍ਹਾਂ? ਕਿਉਂਕਿ ਆਯੁਰਵੇਦ ਦੇ ਵਿੱਚ ਜਿਹੜਾ ਸਿਧਾਂਤ ਹੈ, ਉਹਨੇ ਬਿਮਾਰੀ ਦੀ ਜੜ ਤੇ ਕੰਮ ਕਰਨਾ ਹੈ, ਨਾ ਕਿ ਪੱਤੇ ਤੇ ਟਾਹਣੀਆਂ ਝਾੜਦੀਆਂ। ਜੀ ਯਾਨੀ ਬਿਮਾਰੀ ਜੜ ਤੇ ਕੰਮ ਕਰਨ ਦਾ ਮਤਲਬ ਹੈ ਕਿ ਆਯੁਰਵੇਦ ਨੇ ਸਾਡੇ ਬਿਮਾਰੀ ਨੂੰ ਕਿੱਦਾਂ ਠੀਕ ਕਰਨਾ, ਸਾਡੇ ਸਰੀਰ ਨੂੰ ਬਿਮਾਰੀ ਨਾਲ ਲੜਾਉਣਾ ਹੈ। ਜੀ ਡਾਕਟਰ ਸਤਨਾਮ ਜੀ, ਜਿਵੇਂ ਅਸੀਂ ਹੁਣ ਅਗਲੀ ਗੱਲ ਵੀ ਇਹੀ ਕਰਨੀ ਸੀਗੀ ਕਿ ਜਿਵੇਂ ਹਜੇ ਤੱਕ, ਜਿਵੇਂ ਤੁਸੀਂ ਕਿਹਾ ਕਿ ਕੋਈ ਵੀ ਹਜੇ ਤੱਕ ਰਿਜ਼ਲਟ ਨਹੀਂ ਹੈ, ਐਂਡ ਸਾਨੂੰ ਕੋਈ ਗਰੰਟੀ ਵੀ ਨਹੀਂ ਹੈ ਕਿ ਐਲੋਪੈਥੀ ਵਿੱਚ ਅਗਰ ਉਹਦਾ ਕੋਈ ਰਿਜ਼ਲਟ ਆਉਂਦਾ ਹੈ ਤੇ ਉਹਦਾ ਕੀ, ਉਹਦੇ ਕਿੰਨੇ ਸਾਈਡ ਇਫੈਕਟ ਜਾਂ ਕਿੰਨੇ ਕੁ ਉਹਦੇ ਮਾੜੇ ਪ੍ਰਭਾਵ ਹੋਣਗੇ। ਪਰ ਇੰਨੀ ਚੀਜ਼ ਜ਼ਰੂਰ ਸਾਰਿਆਂ ਨੇ ਸਿੱਖ ਲਈ ਹੈ ਕਿ ਅਗਰ ਇਸ ਬਿਮਾਰੀ ਨਾਲ ਲੜਨਾ ਹੈ ਤਾਂ ਸਾਨੂੰ ਆਪਣੀ ਇਮਿਊਨਿਟੀ ਸਟਰੋਂਗ ਕਰਨੀ ਪਵੇਗੀ। ਐਂਡ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਲਈ ਹਰ ਇੱਕ ਦੇ ਮਨ ਵਿੱਚ ਇੱਕੋ ਚੀਜ਼ ਸਭ ਤੋਂ ਪਹਿਲਾਂ ਆਉਂਦੀ ਹੈ, ਆਯੁਰਵੇਦਾ। ਜਿਵੇਂ ਕਿ ਤੁਸੀਂ ਕਹਿ ਰਹੇ ਹੋ, ਪਿਛਲੇ 5000 ਸਾਲ ਪੁਰਾਣਾ ਸਾਡਾ ਜਿਹੜਾ ਇਤਿਹਾਸ ਹੈ, ਸਾਡੇ ਕੋਲ ਵੇਦ ਨੇ, ਸੋ ਉਹਨਾਂ ਤੇ ਕਾਫੀ ਤਵੱਜੋ ਦਿੱਤੀ ਜਾ ਰਹੀ ਹੈ। ਸੋ ਉਹਨਾਂ ਬਾਰੇ ਗੱਲ ਕਰਦੇ ਹਾਂ ਕਿ ਜਿਵੇਂ ਕਿ ਹੁਣ ਕਾਫੀ ਸਾਰੇ ਲੋਕ ਨੇ ਜੋ ਕਿ ਆਯੁਰਵੇਦਾ ਵੱਲ ਸ਼ਿਫਟ ਹੋ ਰਹੇ ਨੇ, ਜਿਹੜੇ ਪਹਿਲਾਂ ਕਾਫੀ ਚਿਰ ਤੋਂ ਭਾਵੇਂ ਐਲੋਪੈਥੀ ਦਾ ਇਲਾਜ ਲੈ ਰਹੇ ਸੀਗੇ, ਪਰ ਹੁਣ ਆਯੁਰਵੇਦਾ ਵਿੱਚ ਅਗਰ ਸ਼ਿਫਟ ਹੋ ਰਹੇ ਨੇ, ਸੋ ਕਿੰਨਾ ਕੁ ਫਰਕ ਤੁਹਾਨੂੰ ਲੱਗ ਰਿਹਾ ਕਿ ਆਯੁਰਵੇਦਾ ਦੀ ਇੰਡਸਟਰੀ ਨੂੰ ਹੋਣ ਜਾ ਰਿਹਾ? ਮੈਨੂੰ ਤਾਂ ਪਰਸਨਲੀ ਮੈਨੂੰ ਇਹ ਲੱਗਦਾ ਕਿ ਆਉਣ ਵਾਲਾ ਟਾਈਮ ਆਯੁਰਵੇਦ ਦਾ ਹੀ ਹੈ। ਦੇਖੋ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਜੀ ਇੱਕ ਨਾਰਾ ਦਿੱਤਾ ਸੀ ਯੋਗਾ ਜੀ ਦਾ। ਅੱਜ ਤੁਸੀਂ ਸਪੇਨ ਚਲ ਜਾਓ, ਯੂਰਪ ਚਲ ਜਾਓ, ਕਿਸੇ ਵੀ ਕੰਟਰੀ 'ਚ, ਕਿਸੇ ਵੀ ਗਲੀ ਚਲ ਜਾਓ, ਕਿਸੇ ਵੀ ਘਰ 'ਚ ਚਲ ਜਾਓ ਦੁਨੀਆ ਦੇ, ਹਰ ਜੀ ਬੰਦਾ ਜੀ ਤੁਹਾਨੂੰ ਯੋਗਾ ਕਰਦਾ ਜ਼ਰੂਰ ਦਿਖੇਗਾ। ਉਹ ਐਕਸਰਸਾਈਜ਼ ਕਰੇ ਨਾ ਕਰੇ, ਯੋਗਾ ਉਹ ਜ਼ਰੂਰ ਕਰੂਗਾ। ਯੋਗਾ ਨੂੰ ਇੰਨਾ ਕੁ ਫੈਲਾ ਦਿੱਤਾ, ਪੂਰੀ ਦੁਨੀਆ 'ਚ ਬ੍ਰਾਂਡ ਬਣ ਗਿਆ ਸਾਡਾ ਇੰਡੀਅਨ ਯੋਗਾ। ਕਿਤੇ ਵੀ ਜਾਈਏ, ਅਸੀਂ ਵੀ ਜਾਈਏ, ਅੱਛਾ ਇੰਡੀਅਨ ਯੋਗਾ। ਸੋ ਇਸੇ ਤਰ੍ਹਾਂ ਆਯੁਰਵੇਦ ਨੂੰ ਵੀ ਪ੍ਰਧਾਨ ਮੰਤਰੀ ਜੀ ਨੇ ਸਾਰੇ ਪੂਰੇ ਦੁਨੀਆ 'ਚ ਫੈਲਾਉਣ ਬਾਰੇ ਸੋਚਿਆ, ਔਰ ਉਹਨੂੰ ਉਹ ਪ੍ਰਚਾਰ ਕਰ ਰਹੇ ਹਰ ਕੰਟਰੀ 'ਚ ਜਾ ਕੇ। ਜੀ ਔਰ ਆਯੁਰਵੇਦ, ਤੁਸੀਂ ਮੰਨੋਗੇ, ਸਾਡੇ ਇੰਡੀਅਨਸ ਵਿਸ਼ਵਾਸ ਹੀ ਨਹੀਂ ਕਰਦੇ ਆਯੁਰਵੇਦ ਦੇ ਉੱਪਰ, ਲੇਕਿਨ ਫੋਰਨ ਕੰਟਰੀ ਵਿੱਚ ਗੋਰੇ ਇੰਨਾ ਜ਼ਿਆਦਾ ਵਿਸ਼ਵਾਸ ਕਰਦੇ ਨੇ ਉਹ। ਕਿਉਂਕਿ ਆਯੁਰਵੇਦ ਦੇ ਵਿੱਚ ਪ੍ਰੋਬਲਮ ਕੀ ਹੈ, ਕਿਉਂ ਨਹੀਂ ਅਸੀਂ ਕਰਦੇ? ਕਿਉਂਕਿ ਤੁਸੀਂ ਵੇਖਿਆ ਹੋਣਾ, ਅੰਗਰੇਜ਼ ਜਦੋਂ ਆਏ ਸਾਡੀ ਕੰਟਰੀ 'ਚ, ਉਸ ਤੋਂ ਪਹਿਲਾਂ ਲੋਕ ਵੱਡੀਆਂ ਵੱਡੀਆਂ ਬਿਮਾਰੀਆਂ ਹੁੰਦੀਆਂ ਸੀ ਤੇ ਉਹ ਜਿਹੜਾ ਜੜੀ ਬੂਟੀਆਂ ਨਾਲ ਹੀ ਠੀਕ ਹੋ ਜਾਂਦੇ ਸੀ। ਤੇ ਉਦੋਂ ਜੀ 100 ਸਾਲ ਉਮਰ ਹੁੰਦੀ ਸੀ ਹਰ ਬੰਦੇ ਦੀ, ਕੋਈ 90 ਸਾਲ ਦਾ ਹੋ ਕੇ ਮਰਦਾ ਸੀ, ਕੋਈ 100 ਸਾਲ ਦਾ ਹੋ ਕੇ ਮਰਦਾ ਸੀ। ਜਦੋਂ ਹੀ ਅੰਗਰੇਜ਼ ਆਏ, ਅਸੀਂ ਆਯੁਰਵੇਦ ਨੂੰ ਭੁੱਲ ਗਏ। ਸਾਡੀ ਜ਼ਿੰਦਗੀ 'ਚ ਇੰਨੀ ਕੁ ਕਾਹਲੀ ਆ ਗਈ, ਕਾਫੀ, ਚਾਹ, ਅਸੀਂ ਫਾਸਟ ਜੀ ਲਾਈਫ ਥੋੜੀ ਜੀਣੀ ਸ਼ੁਰੂ ਕਰਤੀ। ਹੁਣ ਕੀ ਹੈ, ਆਯੁਰਵੇਦ ਅਸਰ ਕਰਦਾ ਕੁਝ ਮਹੀਨੇ ਲਾਉਂਦਾ, ਨਾਲ ਥੋੜੀ ਐਕਸਰਸਾਈਜ਼ ਕਰਨੀ ਪੈਂਦੀ, ਯੋਗ ਕਰਨਾ ਪੈਂਦਾ, ਨਾਲ ਤੁਹਾਨੂੰ ਪਰਹੇਜ਼ ਕਰਨਾ ਪੈਂਦਾ। ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਆਯੁਰਵੇਦ ਨੂੰ ਭੁਲਾ ਦਿੱਤਾ ਗਿਆ, ਅੰਗਰੇਜ਼ੀ ਦਵਾਈਆਂ ਸਾਰੇ ਖਾਣੀਆਂ ਸ਼ੁਰੂ ਹੋ ਗਏ। ਹੁੰਦਾ ਕੀ ਹੈ, ਜਦੋਂ ਵੀ ਪਰਮਾਤਮਾ ਜਾਂ ਕੁਦਰਤ ਸਾਨੂੰ ਕੋਈ ਵੀ ਬਿਮਾਰੀ ਦਿੰਦੀ ਆ, ਤੇ ਜੀ ਸਾਡੇ ਖੂਨ ਵਿੱਚ, ਸਾਡੇ ਸਰੀਰ ਵਿੱਚ ਉਸ ਬਿਮਾਰੀ ਦੇ ਅਗੇਂਸਟ, ਉਹਨਾਂ ਲੜਨ ਲਈ ਨਾਲ ਹੀ ਇਮਿਊਨਿਟੀ ਬਣਨੀ ਸ਼ੁਰੂ ਹੋ ਜਾਂਦੀ ਹੈ। ਸਮਝ ਗਏ ਜੀ ਗੱਲ? ਯਾਨੀ ਇੱਕ ਬਿਮਾਰੀ ਸਾਡੇ, ਮੰਨ ਲਓ ਬੁਖਾਰ ਸਾਨੂੰ ਚੜ੍ਹਾ, ਵਾਇਰਲ ਆਣਾ, ਨਾਲ ਹੀ ਸਾਡੇ ਸਰੀਰ 'ਚ ਆਪਣੇ ਆਪ ਨੈਚੁਰਲ ਇਮਿਊਨਿਟੀ ਬਣਨੀ ਸ਼ੁਰੂ ਹੋ ਜਾਂਦੀ ਹੈ। ਰਾਈਟ ਲੇਕਿਨ ਹੋਇਆ ਕੀ, ਅਸੀਂ ਉਸ ਬੁਖਾਰ ਜਾਂ ਬਿਮਾਰੀ ਨੂੰ ਆਉਣ ਹੀ ਦਿੱਤਾ, ਨਾਲ ਹੀ ਗੋਲੀ ਖਾਧੀ, ਠਾ ਕਰਕੇ 5 ਮਿੰਟ 'ਚ ਠੀਕ ਕਰ ਲਈ, 1 ਘੰਟੇ 'ਚ। ਸਾਡੇ ਸਰੀਰ 'ਚ ਇਮਿਊਨਿਟੀ ਬਣੀ ਨਹੀਂ ਉਸ ਦੇ ਅਗੇਂਸਟ। ਜੀ ਹੁਣ ਕਈ ਸਾਲ ਬੀਤ ਗਏ, ਅਸੀਂ ਇਹਨਾਂ ਤੇ ਡਿਪੈਂਡੈਂਟ ਹੋ ਗਏ ਅੰਗਰੇਜ਼ੀ ਗੋਲੀਆਂ ਤੇ। ਹੋਇਆ ਕਿ ਸਾਡੇ ਸਰੀਰ 'ਚ ਇਮਿਊਨਿਟੀ ਘਟਦੀ ਗਈ। ਅਲਟੀਮੇਟਲੀ ਅੱਜ ਕੀ ਹੋ ਰਿਹਾ, 35 ਸਾਲ ਦੀ ਉਮਰ 'ਚ ਹਾਰਟ ਅਟੈਕ ਹੋ ਰਿਹਾ।
35 ਸਾਲ ਦੀ ਉਮਰ 'ਚ ਲਿਵਰ ਫੇਲ ਹੋ ਰਿਹਾ, ਕਿਡਨੀ ਫੇਲ ਹੋ ਰਹੀ ਆ, ਬਲੱਡ ਪ੍ਰੈਸ਼ਰ 20 ਸਾਲ 'ਚ ਸ਼ੁਰੂ ਹੋ ਗਿਆ। ਪਹਿਲਾਂ ਕਦੇ ਸੁਣਿਆ ਸੀ ਤੇ ਆਪਾਂ? ਰੀਜ਼ਨ ਬੀਇੰਗ ਕਿ ਅਸੀਂ ਆਪਣੇ ਸਰੀਰ ਨੂੰ ਇੰਨਾ ਕੁ ਕਮਜ਼ੋਰ ਬਣਾ ਚੁੱਕੇ ਆ ਗੋਲੀਆਂ ਖਾ ਖਾ ਕੇ। ਔਰ ਸਾਡੇ ਇੰਡੀਆ 'ਚ ਤਾਂ ਇਹ ਆ ਕਿ ਅਸੀਂ ਅੰਗਰੇਜ਼ਾਂ ਨੂੰ ਇੰਨਾ ਕੁ ਵਧੀਆ ਸਮਝਦੇ ਆ, ਅੰਗਰੇਜ਼ੀ ਗੋਲੀ ਲਈ ਤਾਂ ਅਸੀਂ ਬਿਨਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੇ ਇੱਕ ਇੱਕ ਦੋ ਦੋ ਗੋਲੀਆਂ ਸੈਲਫ ਮੈਡੀਕੇਸ਼ਨ ਸ਼ੁਰੂ ਹੋ ਗਈ ਆ। ਜੀ ਸੋ ਇੰਨੀ ਕੁ ਗੋਲੀਆਂ ਖਾ ਖਾ ਕੇ ਸਾਡੇ ਸਰੀਰ ਦੀ ਇਮਿਊਨਿਟੀ ਦਾ ਬੁਰਾ ਹਾਲ ਹੋ ਚੁੱਕਾ। ਅਸੀਂ ਬਹੁਤ ਕਮਜ਼ੋਰ ਬਣ ਚੁੱਕੇ ਆ, ਅਸੀਂ ਬੜੀ ਛੇਤੀ ਪ੍ਰਭਾਵਿਤ ਹੋ ਜਾਂਦੇ ਆ। ਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਕੁਦਰਤੀ ਇਲਾਜਾਂ ਵਿੱਚ ਜਾਣਾ ਚਾਹੀਦਾ ਅੱਜ ਵੀ। ਜੀ ਇੱਕ ਤਾਂ ਕੁਦਰਤੀ ਇਲਾਜ ਕਰਨ ਨਾਲ ਸਾਡਾ ਸਰੀਰ ਤਾਕਤਵਰ ਰਹੇਗਾ, ਦੂਜਾ ਸਾਡੇ ਦੇਸ਼ ਦੀ ਅਰਥ ਵਿਵਸਥਾ ਵਿੱਚ ਬਹੁਤ ਵੱਡਾ ਸੁਧਾਰ ਆਏਗਾ। ਜੀ ਕਿਉਂਕਿ ਅੰਗਰੇਜ਼ੀ ਦਵਾਈਆਂ ਟ੍ਰਿਲੀਅਨ ਡਾਲਰ ਜਿਹੜੇ ਨੇ ਬਾਹਰਲੀਆਂ ਕੰਪਨੀਆਂ, ਬਾਹਰਲੇ ਮੁਲਕ ਸਾਡੇ ਕੰਟਰੀ ਚੋਂ ਬਾਹਰ ਲੈ ਕੇ ਜਾਂਦੇ ਆ। ਨੈਚੁਰਲੀ ਇਹ ਕਿ ਅਸੀਂ ਜੇ ਬਾਹਰੋਂ ਕੋਈ ਅੰਗਰੇਜ਼ੀ ਦਵਾਈ ਮੰਗਵਾਵਾਂਗੇ ਸਾਨੂੰ ਡਾਲਰਾਂ 'ਚ ਪੈਸੇ ਖਰਚਣੇ ਪੈਣੇ ਆ, ਡਾਲਰ ਖਰੀਦਣੇ ਪੈਣੇ ਆ। ਜੇ ਡਾਲਰ ਖਰੀਦਾਂਗੇ ਤਾਂ ਰੁਪਈਏ ਦੀ ਵੈਲਿਊ ਘਟਣੀ ਹੈ। ਜੇ ਮੰਨ ਲਓ ਆਪਣੇ ਕੋਲ 1 ਲੱਖ ਰੁਪਈਆ ਤਾਂ ਸਾਡੇ ਕੋਲ ਰਹਿ ਗਿਆ 90,000, ਕਿਉਂਕਿ ਉਹਦੀ ਵੈਲਿਊ ਘਟ ਗਈ। ਸੋ ਅਸੀਂ ਗਰੀਬ ਹੁੰਦੇ ਜਾਵਾਂਗੇ ਹੌਲੀ ਹੌਲੀ। ਜਦ ਕਿ ਸਾਡੇ ਕੋਲ ਆਪਣੀ ਆਯੁਰਵੇਦ ਆ, ਜਿਹਦੇ ਵਿੱਚ ਜੜ ਆਯੁਰਵੇਦ 'ਚ ਤੁਸੀਂ ਗ੍ਰੰਥ ਜੇ ਪੜ੍ਹੋ ਨਾ ਜੀ, ਉਹਦੇ 'ਚ ਹਰ ਬਿਮਾਰੀ ਲਈ ਵਧੀਆ ਤੋਂ ਵਧੀਆ ਫਾਰਮੂਲਾ ਲਿਖਿਆ ਹੋਇਆ। ਉਹ ਫਾਰਮੂਲਾ ਕਿਸੇ ਆਮ ਬੰਦੇ ਨੇ ਨਹੀਂ ਬਣਾਇਆ। 500 ਸਾਲ ਯੋਗੀ ਰਿਸ਼ੀ ਮੁਨੀ ਜਿੰਦੇ ਸੀ। ਉਹ ਇਹਨਾਂ 500 ਸਾਲਾਂ ਵਿੱਚ ਆਪਣੇ ਤਜਰਬੇ ਮਰੀਜ਼ਾਂ ਨੂੰ ਦੇਖਦੇ ਸੀ, ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਦਵਾਈਆਂ ਕੱਢੀਆਂ ਤੇ ਉਹਦੇ ਫਾਰਮੂਲੇ ਲਿਖੇ। ਜੀ ਐਲੋਪੈਥੀ ਤੇ ਜੇ 200 ਸਾਲ ਪੁਰਾਣੀ ਆ, ਉੱਥੇ ਉਹ ਤਾਂ 5000 ਸਾਲ ਪੁਰਾਣੀ ਆ। ਕਿੰਨੇ ਤਜਰਬੇ ਜਿਹੜੇ ਨੇ ਉਹਨਾਂ ਵਿੱਚ ਸ਼ਾਮਿਲ ਨੇ, ਔਰ ਇਹਦੇ ਵਾਕਈ ਜੜੋਂ ਬਿਮਾਰੀ ਨੂੰ ਠੀਕ ਕਰਨ ਦੀ ਤਾਕਤ ਆ। ਸਿਰਫ ਵਿਸ਼ਵਾਸ ਕਰਨ ਦੀ ਲੋੜ ਹੈ, ਸਿਰਫ ਥੋੜਾ ਜਿਹਾ ਔਖੇ ਹੋਣ ਦੀ ਲੋੜ ਹੈ। 2-3-4 ਮਹੀਨੇ ਦਵਾਈ ਨਹੀਂ ਅਸਰ ਕਰਦੀ ਤਾਂ ਘਬਰਾਓ ਨਾ। ਆਯੁਰਵੇਦ ਤੁਹਾਨੂੰ ਜੜੋਂ ਠੀਕ ਕਰੇਗਾ। ਇੱਕ ਸੱਚੀ ਸੁੱਚੀ ਪद्धਤੀ ਆ, ਇੱਕ ਪਵਿੱਤਰ ਪद्धਤੀ ਆ, ਸਾਡੀ ਆਪਣੀ ਧਰਤੀ ਦੀ ਪद्धਤੀ ਆ, ਸਾਡੇ ਆਪਣੇ ਸੰਸਕਾਰ 'ਚ ਸ਼ਾਮਿਲ ਆ। ਅਸੀਂ ਇਸ ਦੇ ਬੇਸ ਤੇ ਜਿੱਦਾਂ ਆਬੂ ਧਾਬੀ, ਦੁਬਈ ਪੈਟਰੋਲ ਡੀਜ਼ਲ ਵੇਚ ਕੇ ਪੈਸਾ ਕਮਾਇਆ, ਸਾਡੇ ਕੋਲ ਤਾਂ ਇਹ ਬਹੁਤ ਵੱਡੀ ਧਰੋਹਰ ਹੈ। ਸਾਡੇ ਕੋਲੇ ਖਜ਼ਾਨਾ, ਸਾਡੇ ਕੋਲੇ ਬਹੁਤ ਵੱਡਾ। ਡਾਕਟਰ ਸਤਨਾਮ, ਮੈਂ ਨੈਕਸਟ ਸਵਾਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਤੁਸੀਂ ਜਿਵੇਂ ਆਯੁਰਵੇਦ ਦੀ ਗੱਲ ਕਰ ਰਹੇ ਹੋ, ਸੋ ਇਸ ਮਹਾਮਾਰੀ ਦੇ ਸਮੇਂ ਜਿੱਥੇ ਪੂਰੀ ਦੁਨੀਆ ਅਲੱਗ-ਅਲੱਗ ਕੰਟਰੀਜ਼ ਨੇ ਜੋ ਕਿ ਪੂਰੀ ਰਿਸਰਚ ਕਰ ਰਹੀ ਹੈ ਕਿ ਹਾਂ ਵੀ ਉਹਨਾਂ ਨੂੰ ਕੋਵਿਡ-19 ਦਾ ਜਲਦੀ ਤੋਂ ਜਲਦੀ ਉਹਨਾਂ ਨੂੰ ਵੈਕਸੀਨ ਮਿਲੇ, ਇਲਾਜ ਮਿਲੇ, ਕੁਝ ਵੀ ਮਿਲੇ। ਸੋ ਤੁਸੀਂ ਆਯੁਰਵੇਦਾ ਦੀ ਗੱਲ ਕਰ ਰਹੇ ਹੋ, ਸੋ ਕੀ ਆਯੁਰਵੇਦਾ ਦੇ ਕੋਲ ਇਸ ਦਾ ਇਲਾਜ ਅੱਜ ਦੇ ਟਾਈਮ ਹੈ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੱਲ ਕਰੀਏ ਕਿ ਆਯੁਰਵੇਦਾ ਦੇ ਕੋਲ ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਵਰਗੀ ਮਹਾਮਾਰੀ ਦਾ ਇਲਾਜ ਪੋਸੀਬਲ ਹੈ? ਆਯੁਰਵੇਦ ਵਿੱਚ ਇਹਦਾ ਇਲਾਜ ਹੈਗਾ ਜਾਂ ਨਹੀਂ ਹੈਗਾ, ਅਸੀਂ ਕਾਨੂੰਨੀ ਤੌਰ ਤੇ ਨਹੀਂ ਬੋਲ ਸਕਦੇ, ਕਿਉਂਕਿ ਪੈਂਡੇਮਿਕ ਐਕਟ ਹੈ। ਰਾਈਟ, ਨੰਬਰ 1। ਨੰਬਰ 2, ਜੇਕਰ ਇਸ ਬਿਮਾਰੀ ਦਾ ਇਲਾਜ ਜਿਹੜਾ ਹੈਗਾ, ਉਹ ਅਸੀਂ ਇਹ ਨਹੀਂ ਕਹਿੰਦੇ ਕਿਉਰ ਹੈ ਜਾਂ ਇਲਾਜ ਹੈ, ਇੱਕ ਬਚਾਅ ਵੀ ਹੋ ਸਕਦਾ, ਅਸੀਂ ਉਹਨੂੰ ਵੀ ਇਲਾਜ ਕਹਿ ਸਕਦੇ ਹਾਂ ਜੀ। ਆਯੁਰਵੇਦ ਵਿੱਚ ਇਸ ਬਿਮਾਰੀ ਦਾ ਇਲਾਜ ਅਜੇ ਅਸੀਂ ਸ਼ੋਰਲੀ ਰਿਜ਼ਲਟਾਂ ਤੇ ਨਹੀਂ ਆ ਸਕਦੇ ਜਿੰਨਾ ਚਿਰ ਇੱਥੇ ਟਰਾਇਲ ਨਹੀਂ ਹੁੰਦੇ। ਹਾਂ, ਅਸੀਂ ਆਪਣੇ ਕਲੀਨਿਕਸ ਵਿੱਚ 20 ਸਾਲ ਤੋਂ ਜਿਵੇਂ ਆਪਣੇ ਪ੍ਰੈਕਟਿਸ ਵਿੱਚ ਅਸੀਂ ਦੇਖਿਆ ਕਿ ਅਸੀਂ ਐਲਰਜੀ ਦੇ ਰੋਗਾਂ ਦਾ ਇਲਾਜ ਕਰਦੇ ਹਾਂ। ਐਲਰਜੀ ਕੀ ਹੈ? ਜਦੋਂ ਐਲਰਜੀ ਦੇ ਕਾਰਨ ਨੱਕ ਵਿੱਚ ਜਾਂਦੇ ਆ ਤੇ ਉਹ 'ਚ ਰੇਸ਼ਾ ਪੈਦਾ ਹੁੰਦਾ, ਗਲੇ 'ਚ ਰੇਸ਼ਾ ਡਿੱਗਦਾ, ਦਮਾ ਬਣ ਜਾਂਦਾ, ਫੇਫੜੇ ਦੀਆਂ ਟਿਊਬਾਂ ਛੋਟੀਆਂ ਹੋ ਜਾਂਦੀਆਂ, ਜਿਹਨਾਂ 'ਚ ਸਾਹ ਆਉਣਾ ਔਖਾ ਹੋ ਜਾਂਦਾ। ਐਲਰਜੀ ਤੇ ਵਾਇਰਲ ਦੇ ਲੱਛਣ ਲਗਭਗ ਬਰਾਬਰ ਹੀ ਨੇ। ਰਾਈਟ, ਲੱਛਣ ਵੀ ਸੇਮ ਹੈ, ਕਾਰਨ ਵੀ ਲਗਭਗ ਉਹੀ ਹੈ। ਕਹਿਣ ਦਾ ਮਤਲਬ ਅਸੀਂ ਜਿਹੜੀਆਂ ਦਵਾਈਆਂ ਨਾਲ ਐਲਰਜੀ ਠੀਕ ਕਰਦੇ ਹਾਂ, ਉਹੀ ਦਵਾਈਆਂ ਜਿਹੜੀਆਂ ਆਯੁਰਵੈਦਿਕ ਜੜੀ ਬੂਟੀਆਂ ਇੱਥੇ ਦਿੱਤੀਆਂ ਜਾ ਸਕਦੀਆਂ, ਕਿਉਂਕਿ ਲੱਛਣ ਤਾਂ ਸੇਮ ਹੈ। ਜੇ ਤੁਹਾਡੀ ਬਾਂਹ ਤੇ ਹੱਥ ਤੇ ਸੋਜ ਹੈ ਤੇ ਉਹਦੇ ਲਈ ਸੋਜ ਲਈ ਜਿਹੜੀ ਆਯੁਰਵੈਦਿਕ ਦਵਾਈ ਹੈ ਉਹੀ ਉਹਦੇ ਲਈ ਚੱਲ ਸਕਦੀ ਹੈ ਜੀ। ਅਸੀਂ ਪਿਛਲੇ 2 ਮਹੀਨਿਆਂ ਜਿਹੜੇ ਵੀ ਸਾਡੇ ਕੋਲ ਮਰੀਜ਼ ਸਾਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਜੀ ਕਰੋਨਾ ਵਰਗੇ ਲੱਛਣ ਹੈਗੇ ਆ, ਜਿਵੇਂ ਸਾਹ ਦੀ ਪ੍ਰੋਬਲਮ ਹੈ, ਬੁਖਾਰ ਹੈ, ਜਾਂ ਗਲਾ ਖਰਾਬ ਹੈ, ਜਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਸਰੀਰ ਟੁੱਟਦਾ, ਅਸੀਂ ਉਹਨਾਂ ਨੂੰ ਆਪਣੀਆਂ ਇਮਿਊਨਿਟੀ ਵਧਾਉਣ ਵਾਲੀਆਂ ਦਵਾਈਆਂ ਦਿੱਤੀਆਂ ਨੇ ਤੇ ਉਹਨਾਂ 'ਚ 4-5 ਦਿਨਾਂ 'ਚ ਲੋਕਾਂ ਨੂੰ ਬਹੁਤ ਫਰਕ ਪਿਆ ਜੀ। ਪਰ ਮੈਂ ਲੀਗਲੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਇਹ ਤਾਂ ਟਰਾਇਲ ਤੋਂ ਬਾਅਦ ਹੀ ਅਸੀਂ ਇੱਕ ਫਾਈਨਲ ਡਿਸੀਜਨ, ਇੱਕ ਆਪਣੀ ਮੋਹਰ ਲਾ ਸਕਦੇ ਹਾਂ ਕਿ ਇਹਦਾ ਇਲਾਜ ਆ ਗਿਆ ਜੀ। ਹਾਂ, ਫਿਰ ਆਯੁਰਵੇਦ ਵਿੱਚ ਹੀ ਇਲਾਜ ਨਿਕਲਣਾ ਇਹਦਾ, ਔਰ ਆਯੁਰਵੇਦ ਨਾਲ ਹੀ ਇਲਾਜ ਨਿਕਲਣਾ। ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਯੁਰਵੇਦਾ ਵਿੱਚ ਹੀ ਇਲਾਜ ਨਿਕਲਣਾ, ਅਸੀਂ ਵੀ ਆਪਣੀ ਜਿਹੜੀ ਖੋਜ ਪੱਤਰ ਹੈ ਇਸ ਦੇ ਉੱਪਰ, ਕਰੋਨਾ ਦੇ ਉੱਪਰ, ਵੀ ਇਹ ਦਵਾਈਆਂ ਅਸਰ ਕਰਦੀਆਂ, ਕਿਉਂਕਿ ਅਸੀਂ ਇੰਡੀਆ ਵਿੱਚ ਇੱਕੋ ਇੱਕ ਆਯੁਰਵੈਦਿਕ ਸਾਡਾ ਸੰਸਥਾਨ ਹੈ, ਆਰੋਗਿਅਮ ਆਯੁਰਵੈਦਿਕ ਐਲਰਜੀ ਹਸਪੀਟਲ, ਜਿਹੜਾ ਕੇਵਲ ਰੈਸਪੀਰੇਟਰੀ ਐਲਰਜੀ ਦੇ ਉੱਪਰ ਕੰਮ ਕਰ ਰਿਹਾ, ਰੈਸਪੀਰੇਟਰੀ ਇਨਫੈਕਸ਼ਨ ਦੇ ਉੱਪਰ ਕੰਮ ਕਰਦਾ। ਅਸੀਂ ਸਾਡੇ ਕੋਲੇ ਜਿੰਨੇ ਮਰੀਜ਼ ਦੇਖਣ ਦਾ ਤਜਰਬਾ ਸ਼ਾਇਦ ਇੰਡੀਆ 'ਚ ਕਿਸੇ ਕੋਲ ਨਹੀਂ ਹੋਏਗਾ ਇੰਨਾ ਤਜਰਬਾ, ਕਿਉਂਕਿ ਅਸੀਂ ਕੰਮ ਹੀ ਇਹ ਕੀਤਾ ਵਾ ਹਰ ਮਰੀਜ਼ ਦੇ ਸਿੰਪਟਮਸ ਨੂੰ, ਸਾਹ ਦੀ ਪ੍ਰੋਬਲਮ ਨੂੰ, ਛਿੱਕਾਂ ਨੂੰ, ਜ਼ੁਕਾਮ ਨੂੰ, ਗਲੇ ਨੂੰ
ਆਪਣੇ ਤੇ ਹੰਡਾਇਆ, ਇੱਕ ਇੱਕ ਜੜੀ ਬੂਟੀ ਦਾ ਅਸਰ ਦੇਖਿਆ, ਇਸ ਲੱਛਣ ਤੇ ਫਿਰ ਇਸ ਲੱਛਣ ਤੇ। ਸੋ ਮੈਂ ਆਪਣੇ ਤਜਰਬੇ ਨਾਲ ਕਹਿ ਸਕਦਾ ਕਿ ਇਮਿਊਨਿਟੀ ਬਹੁਤ ਵਧੀਆ ਤਰੀਕੇ ਨਾਲ ਇਸ ਵਾਇਰਸ ਵਿੱਚ ਵਧਾਈ ਜਾ ਸਕਦੀ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਤਨਾਮ ਸਿੰਘ ਜੀ, ਜਿਨ੍ਹਾਂ ਨੇ ਤੁਸੀਂ ਦੱਸਿਆ ਕਿ ਕਿਵੇਂ ਅਸੀਂ ਆਯੁਰਵੇਦ ਦੇ ਥਰੂ ਇਲਾਜ ਲੱਭ ਸਕਦੇ ਐਂਡ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਯੁਰਵੇਦਾ ਵਿੱਚ ਇਸ ਦਾ ਇਲਾਜ ਲੱਭੇ ਵੀ। ਇਸ ਤੋਂ ਇਲਾਵਾ ਤੁਸੀਂ ਕੁਝ ਹੋਰ ਸਾਡੇ ਸਾਰੇ ਦੋਸਤਾਂ ਨੂੰ ਕਹਿਣਾ ਚਾਹੁੰਦੇ ਹੋਵੇ ਤਾਂ ਪਲੀਜ਼। ਦੇਖੋ, ਮੈਂ ਅੱਜ ਦੀ ਤਰੀਕ ਵਿੱਚ ਤੁਸੀਂ ਇੱਕ ਕੁਐਸਚਨ ਮੇਰੇ ਕੋਲ ਪੁੱਛਿਆ ਸੀ ਕਿ ਅਨਲੌਕਿੰਗ ਦਾ ਇਕੋਨਮੀ, ਆਯੁਰਵੇਦ ਇਹਦੇ ਵਿੱਚ ਬਹੁਤ ਵੱਡਾ ਰੋਲ ਨਿਭਾ ਸਕਦਾ ਹੈ ਜੀ। ਕੱਲ ਕਿਸੇ ਨੂੰ ਕੁਝ 2 ਮਹੀਨੇ ਪਹਿਲਾਂ ਇਮਿਊਨਿਟੀ ਬਾਰੇ ਕਿਸੇ ਨੂੰ ਨਹੀਂ ਸੀ ਪਤਾ, ਬਹੁਤ ਥੋੜੇ ਲੋਕਾਂ ਨੂੰ ਪਤਾ ਹੋਏਗਾ, ਪੜ੍ਹੇ ਲਿਖੇ ਲੋਕਾਂ ਨੂੰ। ਅੱਜ ਹਰ ਪਿੰਡ ਵਿੱਚ ਹਰ ਬੰਦੇ ਨੂੰ ਪਤਾ ਮੈਂ ਆਪਣੀ ਇਮਿਊਨਿਟੀ ਵਧਾਉਣੀ ਹੈ, ਤੇ ਉਹ ਵੀ ਆਯੁਰਵੇਦ ਨਾਲ ਹੀ ਵਧਾਉਣੀ ਹੈ। ਸੋ ਨੋ ਅਨਡਾਊਟਲੀ ਕਿ ਜਿਹੜਾ ਆਯੁਰਵੇਦ ਹੈ ਇਹਦਾ ਅੱਗੋਂ ਬਹੁਤ ਵੱਡਾ ਆਉਣ ਵਾਲਾ ਹੈ ਰੋਲ। ਪਰ ਤੁਹਾਡੇ ਮਾਧਿਅਮ ਨਾਲ ਮੈਂ ਹੈਲਥ ਮਿਨਿਸਟਰੀ ਨੂੰ ਇੰਡੀਆ ਦੀ ਔਰ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ, ਇੱਕ ਸੁਜੈਸ਼ਨ ਦੇਣਾ ਚਾਹੁੰਦਾ ਜਾਂ ਸੁਨੇਹਾ ਦੇਣਾ ਚਾਹੁੰਦਾ ਜੀ ਕਿ ਅਸੀਂ 20 ਸਾਲ ਤੋਂ ਕੇਵਲ ਰੈਸਪੀਰੇਟਰੀ ਐਲਰਜੀ ਦੇ ਉੱਪਰ ਕੰਮ ਕਰ ਰਹੇ ਹਾਂ, ਰੈਸਪੀਰੇਟਰੀ ਐਲਰਜੀ ਤੇ ਇਮਿਊਨਿਟੀ ਦੇ ਉੱਪਰ, ਜਿਹਦਾ ਅਸੀਂ ਖੋਜ ਪੱਤਰ ਜਿਹੜਾ ਨਾ ਉਹ ਅਸੀਂ 2 ਸਾਲ ਪਹਿਲਾਂ ਹੀ ਜਮ੍ਹਾਂ ਕਰਾ ਚੁੱਕੇ ਹਾਂ ਕਿ ਫੇਫੜਿਆਂ ਦੀ ਇਮਿਊਨਿਟੀ ਕਿੱਦਾਂ ਵਧਾਉਣੀ ਹੈ। ਅੱਜ ਗੱਲ ਇਮਿਊਨਿਟੀ ਦੀ ਕਰਦੇ ਹਾਂ ਆਪਾਂ, ਲੇਕਿਨ ਇਮਿਊਨਿਟੀ ਕੱਲੀ ਸਰੀਰ ਦੀ ਜਨਰਲ, ਇੱਕ ਨਾ ਜਨਰਲ ਡਾਕਟਰ, ਇੱਕ ਹੁੰਦਾ ਸਪੈਸ਼ਲਿਸਟ ਡਾਕਟਰ। ਉਸੇ ਤਰ੍ਹਾਂ ਹੀ ਇਮਿਊਨਿਟੀ ਜਨਰਲ ਇਮਿਊਨਿਟੀ ਹੁੰਦੀ ਹੈ, ਜਿਹੜੀ ਕਿ ਖੂਨ ਦੇ ਵਿੱਚ ਆਪਾਂ WBC ਵਧੀਆ ਕਰਨੇ ਨੇ, ਲਿੰਫ ਨੋਡਸ ਨੂੰ ਵਧੀਆ ਕਰਨਾ ਵਾ। ਇੱਕ ਹੁੰਦੀ ਸਪੈਸ਼ਲੀ ਅਸੀਂ ਫੇਫੜਿਆਂ ਦੇ ਉੱਪਰ ਕੰਮ ਕਰਨਾ, ਕਿਉਂਕਿ ਕਰੋਨਾ ਜਿਹੜਾ ਆ ਤੁਸੀਂ ਵੇਖੋ ਨੱਕ ਦੇ ਥਰੂ ਜਾ ਕੇ ਗਲੇ ਨੂੰ ਇਫੈਕਟ ਕਰਦਾ, ਫਿਰ ਫੇਫੜਿਆਂ ਜਾਂਦਾ, ਔਰ ਬੰਦੇ ਦੀ ਡੈਥ ਕਿਵੇਂ ਹੁੰਦੀ ਹੈ ਜਾਂ ਵੈਂਟੀਲੇਟਰ ਤੇ ਕਦੋਂ ਪੈਂਦਾ, ਜਦੋਂ ਰੇਸ਼ਾ ਜਿਹੜਾ ਅੰਦਰ ਜਾ ਕੇ ਜੰਮ ਜਾਂਦਾ ਤੇ ਟਿਊਬਾਂ ਹੋ ਜਾਂਦੀਆਂ ਨੇ ਜਿਨ੍ਹਾਂ 'ਚ ਸਾਹ ਆਉਂਦਾ ਆਪਾਂ ਨੂੰ। ਟਿਊਬਾਂ ਟਾਈਟ ਕਿਉਂ ਟਾਈਟਾਂ ਨੂੰ ਅਗਰ ਅਸੀਂ ਠੀਕ ਕਰ ਲਈਏ ਨਾ ਜੀ, ਤੇ ਫਿਰ ਇਹਦੇ ਡੈਥ ਦੇ ਚਾਂਸਸ ਬਹੁਤ ਘੱਟ ਸਕਦੇ, ਸਾਹ ਆਣਾ ਜਾਣਾ ਸੌਖਾ ਹੋ ਸਕਦਾ ਜੀ। ਸੋ ਸਾਰੇ ਇਮਿਊਨਿਟੀ ਦੀ ਗੱਲ ਕਰਦੇ ਆ, ਪਰ ਕੋਈ ਵੀ ਰੈਸਪੀਰੇਟਰੀ ਇਮਿਊਨਿਟੀ ਦੀ ਗੱਲ ਨਹੀਂ ਕਰਦਾ। ਮੈਂ ਉਹਦੇ 'ਚ ਤੁਹਾਨੂੰ ਸੁਜੈਸ਼ਨ ਇੱਕ ਦੇਣਾ ਚਾਹੂੰਗਾ ਬਹੁਤ ਵਧੀਆ ਕਿ ਨੰਬਰ 1, ਅਸੀਂ 20 ਸਾਲ ਤੋਂ ਲੋਕਾਂ ਨੂੰ ਇਹੀ ਕਹਿ ਰਹੇ ਹਾਂ ਕਿ ਹਰ ਰੋਜ਼ ਨੱਕ ਵਿੱਚ ਦੇਸੀ ਗਾਂ ਦਾ ਦੇਸੀ ਘਿਓ ਪਾਓ ਜੀ, ਕਿਉਂਕਿ ਇਹਦੇ ਨਾਲ ਕੋਈ ਵੀ ਵਾਇਰਸ, ਬੈਕਟੀਰੀਆ ਜਾਂ ਐਲਰਜੀ ਦੇ ਕਾਰਨ ਨੱਕ ਵਿੱਚ ਨਹੀਂ ਜਾ ਸਕਦੇ। ਨੱਕ ਦਾ ਹੀ ਥਾਣੀ ਕੋਈ ਕਦੋਂ ਵੀ ਬੈਕਟੀਰੀਆ ਨੇ, ਸਾਡੇ ਵਾਇਰਸ ਨੇ ਸਰੀਰ ਤੇ ਸਾਨੂੰ ਨੁਕਸਾਨ ਪਹੁੰਚਾਉਣਾ ਨਾ, ਉਹ ਸਭ ਤੋਂ ਪਹਿਲਾਂ ਨੱਕ ਦੇ ਥਰੂ ਜਾਂਦਾ ਜੀ। ਆਊਟ ਅੱਖਾਂ ਦੇ ਥਰੂ ਵੀ ਜਾ ਸਕਦਾ ਹੈ, ਮੂੰਹ ਦੇ ਥਰੂ ਵੀ ਜਾ ਸਕਦਾ ਹੈ, ਪਰ ਇਹ ਵਾਇਰਸ ਜ਼ਿਆਦਾਤਰ ਨੱਕ ਦੇ ਥਰੂ ਜਾਂਦਾ ਹੈ। ਸੋ ਨੱਕ ਦੇ ਵਿੱਚ ਅਗਰ ਅਸੀਂ ਘਿਓ ਪਾਇਆ ਹੋਏਗਾ ਤੇ ਇਹ ਵਾਇਰਸ ਸਾਡੇ ਸਰੀਰ ਦੇ ਅੰਦਰ ਐਂਟਰ ਨਹੀਂ ਕਰ ਸਕਦਾ। ਇਸ ਗੱਲ ਦੀ ਪੁਸ਼ਟੀ ਡਾਕਟਰ ਮਾਰਟਿਨ, ਤੁਸੀਂ ਗੂਗਲ ਤੇ ਰਿਸਰਚ ਕਰੋ, ਕੀ ਸੈਲਸ ਆਇਡੈਂਟੀਫਾਈਡ ਇਨ ਦ ਨੋਸਟ੍ਰਿਲਸ, ਕੀ ਸੈਲਸ ਆਇਡੈਂਟੀਫਾਈਡ ਐਜ਼ ਇਨ ਦ ਨੋਸਟ੍ਰਿਲਸ which helps in entry of the coronavirus because of its entry proteins, specific entry proteins। ਯਾਨੀ ਇਹ ਨੱਕ ਦੇ ਅਗਲੇ ਪੋਰਸ਼ਨ ਵਿੱਚ ਇਹੋ ਜਿਹੇ ਸੈੱਲ ਨੇ ਜਿਨ੍ਹਾਂ ਵਿੱਚ ਸਪੈਸਿਫਿਕ ਪ੍ਰੋਟੀਨਸ ਹੁੰਦੇ ਨੇ, ਜਿਹੜੇ ਕੰਟਰੋਲਡ ਬਾਏ ਇਮਿਊਨਿਟੀ ਜੀਨਸ। ਯਾਨੀ ਇਹ ਪ੍ਰੋਟੀਨਸ ਹੀ ਉਹਨੂੰ ਅੰਦਰ ਲੈ ਕੇ ਜਾਂਦੇ ਨੇ ਕੋਰੋਨਾ ਨੂੰ, ਤੇ ਫਿਰ ਅੱਗੇ ਗਲੇ 'ਚ, ਫਿਰ ਅੱਗੇ ਫੇਫੜਿਆਂ 'ਚ ਜਾਂਦਾ ਜੀ। ਇਹ ਡਾਕਟਰ ਮਾਰਟਿਨ ਜਿਹੜੇ ਨੀਦਰਲੈਂਡ ਦੀ ਜਿਹੜੀ ਮੈਡੀਕਲ ਯੂਨੀਵਰਸਿਟੀ 'ਚ ਨੇ, ਉਹਨਾਂ ਨੇ ਇਸ ਰਿਜ਼ਲਟ ਤੇ ਪਹੁੰਚੇ ਨੇ। ਸੋ ਕਹਿੰਦਾ ਮਤਲਬ ਇਹ ਘਿਓ ਪਾਉਣਾ ਸਾਡੇ 5000 ਸਾਲ ਪਹਿਲਾਂ ਲਿਖਿਆ ਸੀ, ਅੱਜ ਉਹ ਇਹ ਚੀਜ਼ ਦੱਸ ਰਹੇ ਨੇ। ਠੀਕ ਹੈ, ਅਸੀਂ 20 ਸਾਲ ਤੋਂ ਲੋਕਾਂ ਨੂੰ ਦੱਸ ਰਹੇ ਹਾਂ, ਲੋਕ ਪਾ ਰਹੇ ਆ, ਲੋਕਾਂ ਨੂੰ ਫਾਇਦਾ ਬਹੁਤ ਹੋ ਰਿਹਾ ਇਸ ਚੀਜ਼ ਦਾ, ਘਿਓ ਪਾਉਣ ਦਾ। ਮੇਰੇ ਓਪੀਨੀਅਨ ਦੇ ਹਿਸਾਬ ਨਾਲ ਅਗਰ ਅਸੀਂ ਨੱਕ ਵਿੱਚ ਰੋਜ਼ ਘਿਓ ਪਾਈਏ ਤਾਂ ਸਾਨੂੰ ਕੋਈ ਵੀ ਵਾਇਰਸ ਨਹੀਂ ਸਾਡੇ ਸਰੀਰ ਦੇ ਅੰਦਰ ਜਾ ਸਕਦਾ। ਆਯੁਸ਼ ਮਿਨਿਸਟਰੀ ਨੇ ਵੀ ਲੋਕਾਂ ਨੂੰ ਇਹੀ ਕਿਹਾ ਕਿ ਤੁਸੀਂ ਨੱਕ ਵਿੱਚ ਘਿਓ ਜਾਂ ਤੇਲ ਜਾਂ ਕੋਈ ਰੋਜ਼ ਸਵੇਰੇ ਪਾਓ। ਨੰਬਰ 1। ਨੰਬਰ 2, ਸਵਾਲ ਇਹ ਆਉਂਦਾ ਕਿ ਅਸੀਂ ਫੇਫੜਿਆਂ ਦੀਆਂ ਟਿਊਬਾਂ ਨੂੰ ਖੋਲ ਕੇ ਰੱਖਣਾ, ਯਾਨੀ ਉਹਨਾਂ ਨੂੰ ਟਾਈਟ ਨਹੀਂ ਹੋਣ ਦੇਣਾ। ਉਹਦੇ ਲਈ ਤੁਲਸੀ ਜਾਂ ਛੋਟੀਆਂ ਚੀਜ਼ਾਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਫਾਇਦਾ ਕਰ ਸਕਦੀਆਂ ਨੇ। ਹਾਂ, ਤੁਲਸੀ ਵਗੈਰਾ ਇਮਿਊਨਿਟੀ ਵਧਾਉਂਦੀ ਹੈ, ਸਾਡੇ ਖੂਨ ਦੀ ਇਮਿਊਨਿਟੀ ਵਧਾਊਗੀ, ਸਾਡੀ ਜਨਰਲ ਇਮਿਊਨਿਟੀ ਵਧਾਊਗੀ। ਫੇਫੜਿਆਂ ਲਈ ਅਸੀਂ ਚਿੱਤਰਕ ਹੈ, ਹਰਿਦਰਾ ਹੈ, ਮਾਲਕੰਗਨੀ ਹੈ, ਗਲੋਏ ਆ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਫੇਫੜਿਆਂ ਦੀ ਜਿਹੜੀ ਵਿੱਚ ਮਸਲ ਲੇਅਰ ਹੁੰਦੀ ਪਤਲੀ ਜੀ, ਜਿੱਦਾਂ ਅਸੀਂ ਡੋਲੇ ਬਣਾਉਂਦੇ ਹਾਂ ਨਾ, ਅਸੀਂ ਮਸਲਸ ਬਣਾਉਂਦੇ ਹਾਂ ਜਿਮ 'ਚ ਜਾ ਕੇ, ਉਹ ਮਸਲਸ ਨੂੰ ਸਟਰੋਂਗ ਕਰਨ ਦੀ ਲੋੜ ਹੈ, ਤਾਂ ਉਹ ਟਿਊਬਾਂ ਖੁੱਲਣਗੀਆਂ, ਤਾਂ ਹੀ ਇਹ ਜਿਹੜਾ ਰੇਸ਼ਾ ਜਿਹੜਾ ਅੰਦਰ ਜਾ ਕੇ ਜੰਮੂਗਾ ਨਹੀਂ, ਤੇ ਵੈਂਟਰ ਦੀ ਲੋੜ ਘੱਟ ਪਏਗੀ ਜਾਂ ਨਹੀਂ ਪਏਗੀ ਜੀ। ਕਹਿਣ ਦਾ ਮਤਲਬ ਇਹ ਕਿ ਇਹ ਮਸਲਸ ਨੂੰ ਸਟਰੈਂਥ ਕਰਨ ਵਾਸਤੇ ਅਲੱਗ ਜੜੀ ਬੂਟੀਆਂ ਨੇ, ਜਿਹੜੀਆਂ ਕਿ ਅਸੀਂ ਲੋਕਾਂ ਨੂੰ ਦੇ ਰਹੇ ਹਾਂ 20 ਸਾਲਾਂ ਤੋਂ, ਔਰ ਅਸੀਂ ਰਿਜ਼ਲਟ ਖੁਦ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ। ਉਹਨਾਂ ਦੇ ਰਿਜ਼ਲਟ ਬਣਾਏ ਨੇ, ਉਹਦਾ ਖੋਜ ਪੱਤਰ ਵੀ ਅਸੀਂ ਪੇਸ਼ ਕੀਤਾ ਵਾ। ਸੋ ਇਹ ਮਸਲਸ ਨੂੰ ਸਟਰੋਂਗ ਕਰਨਾ ਬਹੁਤ ਜ਼ਰੂਰੀ ਹੈ। ਆਯੁਰਵੈਦਿਕ ਜੜੀ ਬੂਟੀਆਂ ਨਾਲ ਉਹਦੇ ਤੇ ਕੰਮ ਕਰਨਾ ਚਾਹੀਦਾ, ਨੰਬਰ 1। ਨੰਬਰ 2, ਫੇਫੜਿਆਂ ਦੀਆਂ ਟਿਊਬਾਂ ਨੂੰ ਸਟਰੋਂਗ ਕਰਨ ਵਾਸਤੇ, ਇਹਦੇ ਮਸਲਸ ਨੂੰ ਸਟਰੋਂਗ ਕਰਨ ਵਾਸਤੇ
ਸਭ ਤੋਂ ਉੱਤਮ ਜਿਹੜਾ ਨਾ ਉਹ ਹੈਗਾ ਭਸਤ੍ਰਿਕਾ ਪ੍ਰਾਣਾਯਾਮ। ਇਹ ਤੋਂ ਉੱਪਰ ਕੁਝ ਨਹੀਂ। ਅਸੀਂ ਬਹੁਤ ਸਾਰੇ ਮਰੀਜ਼ਾਂ ਵਿੱਚ ਅਸੀਂ ਲੋਮ ਵੀ ਕਰਾ ਕੇ ਦੇਖਿਆ, ਬੜਾ ਕੁਝ ਕਰਾ ਕੇ ਦੇਖਿਆ, ਲੇਕਿਨ ਭਸਤ੍ਰਿਕਾ ਨਾਲ ਜੋ ਸਪੈਸ਼ਲੀ ਲੰਗਸ ਦੇ ਉੱਪਰ ਇਫੈਕਟ ਪੈਂਦਾ ਨਾ, ਉਹ ਕਿਸੇ ਚੀਜ਼ ਨਾਲ ਨਹੀਂ ਪੈਂਦਾ। ਸੋ ਇਹੋ ਜਿਹੀਆਂ ਜੜੀ ਬੂਟੀਆਂ ਇਮਿਊਨਿਟੀ ਵਾਸਤੇ, ਜਿਹੜੀਆਂ ਕਿ ਫੇਫੜੇ ਦੀ ਇਮਿਊਨਿਟੀ ਵਧਾਉਣ, ਪਲੱਸ ਫੇਫੜਿਆਂ ਨੂੰ ਸਟਰੋਂਗ ਕਰਨ ਵਾਸਤੇ, ਆਹ ਵਾਲਾ ਯੋਗ ਹਰ ਬੰਦੇ ਨੂੰ ਕਰਨਾ ਚਾਹੀਦਾ। ਤੇ ਨੱਕ 'ਚ ਘਿਓ ਤਾਂ ਹਰ ਰੋਜ਼ ਸਵੇਰੇ ਘਰ ਤੋਂ ਨਿਕਲਣ ਤੋਂ ਪਹਿਲਾਂ ਆਦਤ ਪਾ ਲੈਣੀ ਚਾਹੀਦੀ ਹੈ। ਮੈਂ ਦੇਸੀ ਗਾਂ ਦਾ ਦੇਸੀ ਘਿਓ ਕਿਉਂ ਕਹਿੰਦਾ ਨੱਕ 'ਚ ਪਾਉਣ ਵਾਸਤੇ? ਕਿਉਂਕਿ ਜਿਸ ਤਰ੍ਹਾਂ ਧਰਤੀ ਸਾਡੀ ਮਾਂ ਆ, ਉਸੇ ਤਰ੍ਹਾਂ ਜਿਹੜੀ ਸਾਡੀ ਇੰਡੀਅਨ ਟ੍ਰੈਡੀਸ਼ਨਲ ਬਰੀਡ ਆ, ਜਿਹੜੀ ਦੇਸੀ ਗਾਂ, ਜਿਹੜੀ ਸਾਡੀ ਮਾਂ ਵਰਗੀ ਆ। ਕਿਉਂਕਿ ਸਾਡਾ ਜਿਹੜਾ ਧਰਤੀ ਦਾ ਸਾਡੇ ਨਾਲ ਇਕੋਸਿਸਟਮ ਕੰਪਲੀਟ ਨਹੀਂ ਹੋ ਸਕਦਾ ਜਿੰਨਾ ਚਿਰ ਗਾਂ ਨਾ ਹੋਵੇ, ਗਾਏ ਮਾਤਾ ਨਾ ਹੋਵੇ। ਯਾਨੀ ਉਹਦਾ ਗੋਬਰ ਅਸੀਂ ਆਰਗੈਨਿਕ ਫਾਰਮਿੰਗ ਲਈ ਯੂਜ਼ ਕਰਦੇ ਹਾਂ। ਹੁਣ ਤਾਂ ਚਲੋ ਅੱਜ ਕੱਲ੍ਹ ਲੋਕ ਕੀੜੇ ਮਾਰ ਦਵਾਈਆਂ ਤੇ ਬੜੇ ਹੋਰ ਆਰਟੀਫੀਸ਼ੀਅਲ ਯੂਜ਼ ਕਰਨ ਲੱਗ ਪਏ। ਨੈਚੁਰਲ ਅਗਰ ਫਾਰਮਿੰਗ ਲੈਣੀ ਹੈ ਤੇ ਗਊ ਮਾਤਾ ਦਾ, ਗਾਏ ਮਾਤਾ ਦਾ ਜਿਹੜਾ ਗੋਬਰ ਹੈ ਉਹ ਯੂਜ਼ ਕਰਕੇ ਹੀ ਲਿਆ ਜਾ ਸਕਦਾ ਹੈ। ਪਲੱਸ ਜਿਹੜੀ ਗਾਏ ਮਾਤਾ ਹੈ, ਇਹਦੇ ਜਿਹੜੇ ਫਾਇਦੇ ਨੇ, ਇਹਦੇ ਬਾਰੇ ਅਸੀਂ ਦੇਖੀਏ ਨਾ, ਜਿਹੜੇ ਲੋਕਾਂ ਨੇ ਗਾਂ ਰੱਖੀ ਹੋਈ ਹੈ, ਦੇਸੀ ਗਾਂ ਆਪਣੇ ਘਰ ਰੱਖੀ ਹੋਈ ਆ, ਇਹਦੇ ਬਾਰੇ ਇੱਕ ਖਾਸ ਚੀਜ਼ ਮਸ਼ਹੂਰ ਹੈ ਕਿ ਇਹ ਉਹੀ ਜੜੀ ਬੂਟੀਆਂ ਖਾਂਦੀ ਹੈ ਜਿਹੜਾ ਇਹਦਾ ਮਾਲਕ ਜਿਹੜਾ ਆ, ਜਿਹੜੀ ਉਹਨੂੰ ਬਿਮਾਰੀ ਹੋਵੇ। ਸਪੋਜ਼ ਕਰ ਲਓ ਅਗਰ ਮੈਂ ਗਾਂ ਨੂੰ ਪਾਲ ਰਿਹਾ, ਮੈਨੂੰ ਅਗਰ ਸ਼ੂਗਰ ਹੈ, ਇਹਨੇ ਚੁਣ ਕੇ ਉਹ ਹਰਬਸ ਖਾਣੀ ਹੈ। ਇਹਦੇ 'ਚ ਕੁਆਲਿਟੀ ਹੈ ਦੇਸੀ ਗਾਂ 'ਚ। ਇਹਨੇ ਉਹੀ ਹਰਬਸ ਖਾਣੀਆਂ ਘਾਹ ਦੇ ਵਿੱਚੋਂ ਕੱਢ ਕੇ ਜਾਂ ਚਾਰੇ 'ਚੋਂ, ਜਿਹੜੀਆਂ ਉਹਦੇ ਮਾਲਕ ਲਈ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ। ਔਰ ਇਹਦਾ ਜਿਹੜਾ ਦੁੱਧ ਹੈ, ਇਹਦੀ ਕੁਆਲਿਟੀ ਇੰਨੀ ਵਧੀਆ ਹੈ, ਇਹਦੇ ਤੇ ਰਿਸਰਚ ਹੋਈ ਹੈ। ਜਿਹੜੀ ਦੇਸੀ ਗਾਂ ਆਪਣੀ ਜਿਹੜੀ ਸ਼ਾਹੇਵਾਲ ਗਾਂ ਹੈ, ਇਹ ਜਿਹੜੀ ਫਿਰਕੂ ਗੁੱਜਰ ਨੇ ਫਾਜ਼ਿਲਕਾ ਵਾਲੀ ਸਾਈਡ ਤੇ, ਉਹ ਲੋਕ ਪਾਲਦੇ ਨੇ। ਔਰ ਉਹਨਾਂ ਦੀ ਰਿਸਰਚ ਇਹ ਹੋਈ ਹੈ ਕਿ ਜਿੰਨੀ ਵੀ ਗੁੱਜਰ ਫੈਮਿਲੀਜ਼ ਨੇ, ਉਹਨਾਂ ਵਿੱਚ ਕਦੇ ਅੱਜ ਤੱਕ ਹਾਰਟ ਦੀ ਪ੍ਰੋਬਲਮ ਜਾਂ ਸ਼ੂਗਰ ਔਰ ਕੈਂਸਰ ਕਦੇ ਨਹੀਂ ਹੋਇਆ। ਸ਼ੂਗਰ ਔਰ ਕੈਂਸਰ ਦੋ ਚੀਜ਼ਾਂ, ਮਤਲਬ ਉਹਨਾਂ ਵਿੱਚ ਸ਼ੂਗਰ ਤੇ ਕੈਂਸਰ ਹੈ ਹੀ ਨਹੀਂ, ਕਿਉਂਕਿ ਉਹ ਬੜੇ ਸਦੀਆਂ ਤੋਂ ਇਹਦਾ ਦੁੱਧ ਹੀ ਪੀ ਜਾ ਰਹੇ ਆ। ਸੋ ਗਾਂ ਜਿਹੜੀ ਆ, ਗਾਏ ਮਾਤਾ ਜਿਹਨੂੰ ਅਸੀਂ ਕਹਿੰਦੇ ਆ, ਇਹ ਸਾਡੇ ਲਈ ਬਹੁਤ ਪੂਜਨੀय ਆ, ਸਾਡੇ ਲਈ ਬਹੁਤ ਰਿਸਪੈਕਟਫੁਲ ਆ, ਸਾਡੀ ਆਪਣੀ ਮਾਂ ਆ। ਕਿਸੇ ਧਰਮ ਲਈ, ਸਿੱਖ, ਹਿੰਦੂ, ਮੁਸਲਿਮ, ਸਭ ਲਈ ਇਹ ਮਾਂ ਆ, ਕਿਉਂਕਿ ਸਾਨੂੰ ਬਹੁਤ ਫਾਇਦਾ ਦਿੰਦੀ ਆ। ਔਰ ਇਹਦੇ ਦੁੱਧ ਵਿੱਚ ਇਹੋ ਜਿਹੇ ਐਂਟੀਬਾਇਓਟਿਕਸ ਹੁੰਦੇ ਨੇ ਜਿਹੜੇ ਸਾਡੇ ਮਾਂ ਦੇ ਦੁੱਧ 'ਚ ਹੁੰਦੇ ਨੇ। ਕਹਿੰਦੇ ਨੇ ਕਿ ਮਾਂ ਦਾ ਦੁੱਧ ਪੀਤਾ, ਯਾਨੀ ਉਹਦੇ ਵਿੱਚ ਇਦਾਂ ਦੀ ਤਾਕਤ ਤੇ ਐਂਟੀਬਾਇਓਟਿਕਸ ਹੈ ਜੋ ਗਾਂ ਦੇ ਦੁੱਧ ਨਾਲ ਬਹੁਤ ਸਿਮਿਲਰ ਹੈ, ਔਰ ਕਿਸੇ ਵੀ ਜਾਨਵਰ ਦੇ ਨਾਲ ਸਿਮਿਲਰ ਨਹੀਂ। ਸੋ ਗਾਏ ਮਾਤਾ ਸਾਡੀ ਮਾਤਾ ਨਹੀਂ, ਹਰ ਧਰਮ ਦੀ ਮਾਤਾ, ਸਾਡੇ ਧਰਤੀ ਦਾ ਇੱਕ ਮਤਲਬ ਸ਼ਾਨ ਹੈ ਸਾਡੀ ਧਰਤੀ ਲਈ। ਔਰ ਧਰਤੀ ਮਾਤਾ ਵਾਂਗੂ ਹੀ ਸਾਡੀ ਗਾਏ ਮਾਤਾ ਹੈ। ਔਰ ਇਹਦਾ ਸਾਨੂੰ ਜਿਹੜਾ ਨਾ ਨਿਰਾਦਰ ਬਿਲਕੁਲ ਨਹੀਂ ਕਰਨਾ ਚਾਹੀਦਾ, ਰਿਸਪੈਕਟ ਕਰਨੀ ਚਾਹੀਦੀ ਆ। ਔਰ ਇਹਦੀ ਹਰ ਚੀਜ਼ ਜਿਹੜੀ ਹੈ ਯੂਜ਼ ਹੁੰਦੀ ਹੈ ਸਾਡੀ ਸਿਹਤ ਲਈ ਵਧੀਆ। ਗੋਮੂਤਰ ਯੂਜ਼ ਹੁੰਦਾ ਬੜੀਆਂ ਸਾਰੀਆਂ ਕ੍ਰੋਨਿਕ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ। ਬਿਲਕੁਲ ਜੀ। ਸੋ ਮਿਸਟਰ ਸਤਨਾਮ ਜੀ, ਤੁਸੀਂ ਵਾਕਈ ਬਹੁਤ ਸੋਹਣੀਆਂ ਐਂਡ ਵਧੀਆ ਗੱਲਾਂ ਕੀਤੀਆਂ। ਆਈ ਹੋਪ ਕਿ ਲੋਕੀ ਇਸ ਗੱਲਾਂ ਨੂੰ ਫੋਲੋ ਵੀ ਕਰਨਗੇ। ਐਂਡ ਜਿਵੇਂ ਤੁਸੀਂ ਤੇ ਅਸੀਂ ਵੀ ਸੇਮ ਗੱਲ ਦੀ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਆਯੁਰਵੇਦ ਦਾ ਅਗਰ ਇਸਦਾ ਇਲਾਜ ਲੈਂਦਾ ਹੈ ਤਾਂ ਵਾਕਈ ਪੂਰੇ ਵਰਲਡ ਵਿੱਚ ਇਸਦਾ ਹੋਰ ਵੱਡਾ ਨਾਮ ਹੋਵੇਗਾ। ਸੋ ਸਰ, ਤੁਸੀਂ ਸਾਨੂੰ ਆਪਣਾ ਕੀਮਤੀ ਸਮੇਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਧੰਨਵਾਦ ਜੀ, ਧੰਨਵਾਦ। ਸੋ ਇਹ ਸੀ ਸਾਡੇ ਨਾਲ ਮਿਸਟਰ ਸਤਨਾਮ ਸਿੰਘ ਔਜਲਾ, ਆਰੋਗਿਅਮ ਆਯੁਰਵੈਦਿਕ ਐਲਰਜੀ ਹਸਪੀਟਲ ਦੇ ਡਾਇਰੈਕਟਰ, ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਹੁਣ ਆਯੁਰਵੈਦਿਕ ਦਾ ਹੀ ਹੋਵੇਗਾ। ਪ੍ਰੋਗਰਾਮ ਅਨਲੌਕਿੰਗ ਦੀ ਇਕਨੋਮੀ ਦੇਖਦੇ ਰਹੋ ਤੁਸੀਂ ਟਰੂ ਸਕੂਪ ਪੰਜਾਬੀ ਤੇ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਵੇਖਦੇ ਰਹੋ ਟਰੂ ਸਕੂਪ ਪੰਜਾਬੀ।